ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਮ ਕਰੀ ਵਖਿਆਨ। ਗੁਰ ਨਾਨਕ ਪਦ ਪੰਕਜ ਬੰਧਨ ਪਾਦ, ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਾਹੇ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੈ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜੈ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਵਾਹਿਗੁਰੂ ਜੀ। ਦਰਬ ਲੋਭ ਤੇ ਚੌਂਪ ਚੌਗਣੀ, ਹੱਥ ਸਿਸ ਕੋ ਮੈਂ ਲਿਉ ਇਨਾਮ। ਸਗਲ ਆਰਬਲ ਕੇ ਗੁਜ਼ਾਰਨ, ਜੋ ਹੋਏ ਹੈ ਮੋਹਿ ਕਰੇ ਇਸ ਕਾਮ। ਪਰਮ ਸਨਮਾਨਯੋਗ ਸਤਿਗੁਰੂ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬ ਲੋਭ ਤੇ ਚੌਂਪ ਚੌਗਣੀ, ਹੱਥ ਸਿਸ ਕੋ ਮੈਂ ਲਿਹੂ ਇਨਾਮ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਪ੍ਰਿਥੀ ਦੀ ਦਾਈ, ਜੋ ਪ੍ਰਿਥੀ ਦੀ ਦਾਸੀ ਹੈ, ਕਰਮੋਂ ਦੀ ਦਾਸੀ ਹੈ, ਉਹ ਇੱਕ ਦਾਸੀ ਇੱਕ ਦਾਈ ਨੂੰ ਬੁਲਾ ਕੇ ਆਪਣੇ ਕੋਲ ਲਿਆਈ ਹੈ ਔਰ ਕਰਮੋਂ ਨੇ ਉਹਨੂੰ ਲਾਲਚ ਦਿੱਤਾ ਹੈ ਕਿ ਕਿਸੇ ਵੀ ਢੰਗ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਹਲੇ ਮਹੀਨੇ ਡੇਢ ਦੀ ਜਿਨ੍ਹਾਂ ਦੀ ਅਰਬਲਾ ਹੈ ਕਿ ਉਹਨਾਂ ਨੂੰ ਖਤਮ ਕਰਨਾ ਹੈ, ਮਾਰਨਾ ਹੈ। ਇਸ ਦਾਈ ਨੇ ਆਪਣੇ ਦੁੱਧ ਦੇ ਉੱਤੇ, ਆਪਣੀ ਛਾਤੀ ਦੇ ਉੱਤੇ ਜ਼ਹਿਰ ਲਾਇਆ ਹੈ ਔਰ ਇਹ ਇਨਾਮ ਦੇ ਲਾਲਚ ਦੇ ਵਿੱਚ, ਲੋਭ ਦੇ ਵਿੱਚ ਆ ਕੇ ਇਹ ਸੋਚ ਕੇ ਕਿ ਬਾਲਕ ਨੂੰ ਜਾ ਕੇ ਹੱਥ ਸਿਸ ਕੋ ਮੈਂ ਲਿਹੂ ਇਨਾਮ, ਬਾਲਕ ਨੂੰ ਮਾਰ ਕੇ ਮੈਂ ਬਹੁਤ ਵੱਡਾ ਇਨਾਮ ਲਵਾਂਗੀ। ਇਹ ਬਡਾਲੀ ਦੇ ਰਾਹ ਤੇ ਪੈ ਗਈ ਹੈ। ਸਕਲ ਯਾਰ ਬਲ ਕੇ ਗੁਜ਼ਰਾਨ, ਜੋ ਹੋਏ ਹੈ ਮੋਹਿ ਕਰੇ ਇਸ ਕਾਮ। ਔਰ ਰਸਤੇ ਦੇ ਵਿੱਚ ਜਾਂਦੀ ਜਾਂਦੀ ਇਹ ਸੋਚਦੀ ਜਾਂਦੀ ਹੈ ਕਿ ਮੇਰੀ ਜਿੰਨੀ ਵੀ ਉਮਰ ਬਚੀ ਹੈ, ਮੇਰੇ ਤੇ ਸਾਰੀ ਉਮਰ ਦੀ ਰੋਜੀ ਰੋਟੀ ਬਣ ਜਾਣੀ ਹੈ। ਜੇ ਇਹ ਕੰਮ ਹੋ ਜਾਵੇ, ਮੈਂ ਬਾਲਕ ਹਰਗੋਬਿੰਦ ਨੂੰ ਮਾਰ ਦੇਵਾਂ ਤੇ ਸਕਲ ਆਰਬਲ ਕੇ ਗੁਜ਼ਰਾਨ, ਮੇਰੇ ਤੇ ਸਾਰੀ ਉਮਰ ਦੀ ਰੋਜੀ ਰੋਟੀ ਬਣ ਜਾਣੀ ਹੈ। ਇਤ ਗੰਗਾ ਨੇ ਕਰ ਚਾਲੀਸਾ, ਵਰਤੇ ਬੰਸਰੇਤ ਅਬਿਰਾਮ। ਉਧਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ 40 ਦਿਨ ਦੇ ਹੋ ਗਏ ਨੇ। ਮਾਤਾ ਗੰਗਾ ਜੀ ਨੇ, ਸਾਰੇ ਪਰਿਵਾਰ ਨੇ ਬੜੀਆਂ ਖੁਸ਼ੀਆਂ ਮਨਾਈਆਂ ਨੇ। ਨਿਤ ਪ੍ਰਤ ਉਤਸਵ ਨਏ ਨਏ, ਬਹੁ ਪ੍ਰਿਆ ਸੁਤ ਜਬ ਕੋ ਜਨਮ ਧਿ ਜਨਮਿਓ ਧਾਮ। ਤੇ ਕੇਵਲ 40 ਦਿਨ ਬਾਅਦ ਹੀ ਨਹੀਂ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਹਿਲੇ ਦਿਨ ਤੋਂ ਲੈ ਕੇ ਜਿੱਦਣ ਦਾ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ, ਉਦੋਂ ਤੋਂ ਲੈ ਕੇ ਇਸ ਘਰ ਦੇ ਵਿੱਚ ਉਤਸਵ ਮਨਾਏ ਜਾ ਰਹੇ ਨੇ। ਹਰ ਰੋਜ਼ ਨਿਤ ਨਵਾਂ ਕੋਈ ਨਾ ਕੋਈ ਪ੍ਰੋਗਰਾਮ ਸਿੱਖ ਸੰਗਤਾਂ ਕਰ ਲੈਂਦੀਆਂ ਨੇ, ਨਿਤ ਨਵੀਆਂ ਖੁਸ਼ੀਆਂ ਮਨਾ ਰਹੀਆਂ ਨੇ। ਭਇਓ ਆਨੰਦ ਬਿਲੰਦ ਆਨੰਦ ਤੇ, ਦਰਬ ਬਰਿੰਦ ਤੇ ਲੇਤ ਅਸੀਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਹੈ। ਇਸ ਕਰਕੇ ਇਕੱਲੀ ਬਡਾਲੀ ਦੇ ਵਿੱਚ ਨਹੀਂ, ਪੂਰੀ ਸਿੱਖ ਸੰਗਤ ਦੇ ਵਿੱਚ ਬੜਾ ਆਨੰਦ ਹੈ। ਤੇ ਜਿਹੜੇ ਗਰੀਬ ਨੇ, ਗਰੀਬ ਧਨ ਲੈ ਕੇ ਗੁਰੂ ਘਰ ਦੇ ਵਿੱਚੋਂ ਅਸੀਸਾਂ ਦਿੰਦੇ ਨੇ। ਬਹੁ ਗ੍ਰਾਮਣ ਕੀ ਬਾਮ ਆਏ ਕਰ, ਸਿਸ ਅਬਿਰਾਮ ਧਾਮ ਮਹਿ ਦੇਸ।
क्योंकि बहुत सारे पिंडां ਦੀਆਂ ਇਸਤਰੀਆਂ ਬੀਬੀਆਂ ਸਿੱਖ ਸੰਗਤਾਂ ਹੁੰਦੀਆਂ ਨੇ ਤੇ ਘਰ ਵਿੱਚ ਆ ਕੇ ਸੋਹਣੇ ਬਾਲਕ ਦੇ ਆ ਕੇ ਦਰਸ਼ਨ ਕਰਦੀਆਂ ਨੇ। ਸਾਦਰ ਤਿਨ ਕੋ ਬਾਂਛਤ ਬਖਸ਼ਤ ਡਰਤ ਮਾਤ ਨਹਿ ਕਹਿ ਦੁਰਸੀਸ। ਔਰ ਮਾਤਾ ਗੰਗਾ ਜੀ ਆਈਆਂ ਹੋਈਆਂ ਉਹ ਸਾਰੀਆਂ ਬੀਬੀਆਂ ਦਾ ਬੜਾ ਸਤਿਕਾਰ ਕਰਦੇ ਨੇ ਤੇ ਉਹਨਾਂ ਦੇ ਵਿੱਚ ਜੇ ਕੁਝ ਮੰਗਣ ਵਾਲੀਆਂ ਵੀ ਹੁੰਦੀਆਂ ਨੇ, ਧੰਨ ਮਾਤਾ ਗੰਗਾ ਜੀ ਵੀ ਉਹਨਾਂ ਨੂੰ ਮੂੰਹ ਮੰਗੀਆਂ ਮੁਰਾਦਾਂ ਦਿੰਦੇ ਨੇ। ਛੇ ਸਹਿਤ ਜਿਤ ਚਹਿਤ ਕਹਿਤ ਬਚ ਲਹਿਤ ਮਹਿਤ ਮੁੱਦ ਕਰ ਬਖਸ਼ੀਸ। ਕਿ ਜਿਹੜੀਆਂ ਮੰਗਣ ਵਾਲੀਆਂ ਇਸਤਰੀਆਂ ਹੁੰਦੀਆਂ ਨੇ, ਜਦੋਂ ਉਹਨਾਂ ਦੀ ਝੋਲੀ ਭਰੀ ਜਾਂਦੀ ਹੈ, ਮਾਤਾ ਗੰਗਾ ਜੀ ਖੁੱਲ੍ਹਾ ਤਣ ਦਿੰਦੀਆਂ ਨੇ ਤਾਂ ਉਹ ਅੱਗੋਂ ਸੀਸਾ ਦਿੰਦੀਆਂ ਨੇ, ਬਚਨ ਕਰਦੀਆਂ ਨੇ ਕਿ ਕਲਿਆਣ ਹੋਵੇ, ਤੁਹਾਡਾ ਪੁੱਤਰ ਚਰਨਜੀਵੀ ਹੋਵੇ, ਗੁਰੂ ਰੱਬ ਪਰਮੇਸ਼ਰ ਤੁਹਾਨੂੰ ਇਸੇ ਤਰ੍ਹਾਂ ਖੁਸ਼ੀਆਂ ਬਖਸ਼ਣ। ਦੁਰਾਚਾਰਣੀ ਮੰਗਲ ਸਮੇਂ ਆਏ ਪ੍ਰਵੇਸ਼ੀ ਗੁਰੂ ਨਿਕੇਤ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਧਰ ਤੇ ਗੁਰੂ ਕੀ ਬਡਾਲੀ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਤੇ ਉੱਧਰ ਉਹ ਦੁਰਾਚਾਰਨੀ ਮਾੜੇ ਆਚਾਰ ਵਾਲੀ ਇਸਤਰੀ ਉਹ ਦਾਈ ਉਹ ਵੀ ਗੁਰੂ ਘਰ ਦੇ ਵਿੱਚ ਆ ਕੇ ਦਾਖਲ ਹੋ ਗਈ। ਅਧਿਕ ਪੀਰ ਨਾਰਨ ਕੀ ਜਹ ਕਹੈ ਜਥਾ ਜੋਗ ਆਦਰ ਬਹੁ ਦੇਤ। ਕਿਉਂਕਿ ਬਹੁਤੇ ਭੀੜ ਬੀਬੀਆਂ ਦੀ ਸੀ, ਜਿੱਥੇ ਕਿਤੇ ਬੀਬੀਆਂ ਨੇ ਮਾਤਾ ਗੰਗਾ ਜੀ ਸਭ ਦਾ ਆਦਰ ਮਾਣ ਸਤਿਕਾਰ ਕਰਦੇ ਨੇ। ਕਿਤਕ ਬਾਲ ਕੋ ਦਰਸ਼ਨ ਕਰਤੇ ਕਿਤਕ ਸਰਾਹਤ ਪ੍ਰੀਤ ਸਮੇਤ। ਤੇ ਕਈ ਆ ਕੇ ਬਾਲਕ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਨੇ ਤੇ ਕਈ ਦਰਸ਼ਨ ਕਰ ਕਰਕੇ ਜਦੋਂ ਜਾਂਦੀਆਂ ਨੇ ਫਿਰ ਬੜੀ ਸਿਫਤ ਕਰਦੀਆਂ ਨੇ। ਕੇਤਕ ਲੇਤ ਉਸ਼ੰਗ ਦੁਲਾਰਤ ਕੇਤਕ ਵਿਕਸਤ ਦੰਤਨ ਸੇਤ। ਕਹਿੰਦੇ ਕਈ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਬੀਬੀਆਂ ਲੈਂਦੀਆਂ ਨੇ, ਲਾਡ ਲੜਾਉਂਦੀਆਂ ਨੇ। ਔਰ ਕਈ ਉਹਨਾਂ ਦੇ ਵੱਲ ਵੇਖ ਕੇ ਸੋਹਣੇ ਚਿੱਟੇ ਚਿੱਟੇ ਦੰਦਾਂ ਨਾਲ ਹੱਸਦੀਆਂ ਨੇ ਤੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਭਾਈ ਬਹੁਤਾ ਨਹੀਂ, ਕਿ ਇਹਨਾਂ ਨੂੰ ਮਾਤਾ ਜੀ ਦੇ ਕੋਲ ਹੀ ਲੈਣ ਦਿਓ, ਦੂਰੋਂ ਦਰਸ਼ਨ ਕਰੋ। ਇੱਕ ਦੂਜੇ ਨਾਲ ਹੱਸਦੀਆਂ ਨੇ। ਦੋਹਰਾ ਬਸਤਰ ਬਭੂਖਣ ਦੇਖ ਸ਼ੁਭ ਆਦਰ ਸਾਥ ਬਿਠਾਏ। ਉਧਰੋਂ ਕਹਿੰਦੇ ਦਾਈ ਜਿਹੜੀ ਆਈ ਉਹਨੇ ਬੜੇ ਸੋਹਣੇ ਆਪਣੇ ਉਹਨੂੰ ਕੱਪੜੇ ਪਹਿਲੋਂ ਪਾ ਕੇ ਆਈ ਸੀ, ਹਾਰ ਸ਼ਿੰਗਾਰ ਸੋਹਣਾ ਕਰਕੇ ਆਈ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਮੈਂ ਦਾਈ ਹਾਂ, ਬਸ ਇਸ ਤਰ੍ਹਾਂ ਲੱਗੇ ਕਿਤੇ ਬੜੇ ਚੰਗੇ ਘਰ ਦੇ ਵਿੱਚੋਂ ਆਈ ਹਾਂ ਤੇ ਆਮ ਬੀਬੀਆਂ ਦੇ ਵਾਂਗੂ ਆਈ। ਉਸ ਦਾਈ ਨੂੰ ਵੀ ਮਾਤਾ ਗੰਗਾ ਜੀ ਨੇ ਬੜੇ ਸਤਿਕਾਰ ਦੇ ਨਾਲ ਕੋਲ ਬਿਠਾਇਆ ਹੈ। ਇਸ ਤਰ੍ਹਾਂ ਕੇ ਸਮੁਦਾਇ ਮੈਂ ਪੁੱਤਰਨ ਬਾਤ ਚਲਾਏ। ਹੁਣ ਬਹੁਤ ਸਾਰੀਆਂ ਬੀਬੀਆਂ ਬੈਠੀਆਂ ਨੇ, ਉਹ ਜਿਹੜੀ ਦਾਈ ਮਾੜੀ ਨੀਤ ਦੇ ਨਾਲ ਆਈ ਉਹਨਾਂ ਦੇ ਵਿੱਚੋਂ ਵੀ ਹੈ। ਮਾਤਾ ਗੰਗਾ ਜੀ ਨੇ ਬਾਲਕ ਹਰਗੋਬਿੰਦ ਸਾਹਿਬ ਜੀ ਦੀ ਗੱਲ ਫਿਰ ਬੀਬੀਆਂ ਦੇ ਨਾਲ ਕੀਤੀ। ਸਭਨ ਬਿਕੈ ਗੰਗਾ ਅੰਮ੍ਰਿਤ ਬਚ ਕਹੈ ਦੋ ਇੱਕ ਦਿਨ ਤੇ ਅਨਮਨ ਆਨੰਦ। ਸਾਰੀਆਂ ਬੀਬੀਆਂ ਦੇ ਵਿੱਚ ਮਾਤਾ ਗੰਗਾ ਜੀ ਕਹਿੰਦੇ ਨੇ ਕਿ ਭੈਣੋ, 2 ਕੁ ਦਿਨ ਤੋਂ ਜਿਹੜਾ ਮੇਰਾ ਪੁੱਤਰ ਹੈ ਉਹ ਦੁੱਧ ਠੀਕ ਤਰੀਕੇ ਦੇ ਨਾਲ ਨਹੀਂ ਪੀਂਦਾ, ਠੀਕ ਯਾਨੀ ਲੱਗਦਾ ਦੁੱਧ ਠੀਕ ਤਰ੍ਹਾਂ ਪੀਂਦਾ ਹੀ ਨਹੀਂ। ਅਸਤਨ ਲੈ ਤਨਾ ਰੁਚਕਾਰ ਮੁਖ ਮੈਂ ਕੋ ਦੁੱਖ ਸੁਧ ਨਹਿ ਮੋਹਿ ਬਿਲੰਦ। ਕਿ ਬਾਲਕ ਦੁੱਧ ਚੁੰਘਦਾ ਨਹੀਂ, ਦੁੱਧ ਪੀਂਦਾ ਨਹੀਂ, ਪਤਾ ਨਹੀਂ ਕੋਈ ਦੁੱਖ ਹੈ, ਪਤਾ ਨਹੀਂ ਠੀਕ ਨਹੀਂ, ਕਿਉਂਕਿ ਮੈਨੂੰ ਸਮਝ ਨਹੀਂ ਆਉਂਦੀ 2 ਦਿਨ ਤੋਂ ਦੁੱਧ ਨਹੀਂ ਪੀ ਰਿਹਾ। ਜਿਤਕ ਬ੍ਰਿਤ ਉਪਚਾਰਨ ਭਾਖਤ ਗੁਰ ਤੇ ਯਾਦ ਦੇਹ ਸੁਖ ਕੰਦ। ਨਾਲ ਹੀ ਮਾਤਾ ਗੰਗਾ ਜੀ ਕਹਿੰਦੇ ਨੇ ਕਿ ਬਜ਼ੁਰਗ ਬੀਬੀਆਂ ਇਸਤਰੀਆਂ ਨੇ ਜਿੰਨੇ ਕੁ ਉਪਚਾਰ ਦੱਸੇ ਕਿ ਜੇ ਇਸ ਤਰ੍ਹਾਂ ਦੁੱਧ ਨਾ ਪੀਏ ਇਹ ਕੁਝ ਕਰੋ, ਉਹ ਮੈਂ ਸਾਰਾ ਕੁਝ ਕਰ ਵੀ ਲਿਆ ਹੈ। ਘਾਤ ਪਾਏ ਕਰ ਦੁਸ਼ਟਾ ਬੋਲੀ ਕ੍ਰਿਸ਼ਨ ਪੂਤਨਾ ਕੇਰ ਮਨੰਦ। ਹੁਣ ਇਹ ਅਸਲ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਮਰ ਭਾਵੇਂ 40-42 ਦਿਨ ਦੀ ਹੈ, ਪਰ 1-2 ਦਿਨ ਤੋਂ ਖੇਡ ਆਪ ਹੀ ਰਚੀ ਹੈ ਕਿ ਦੁੱਧ ਨਾ ਪੀਵਾਂਗੇ ਉਸ ਦਾਈ ਦਾ ਉਧਾਰ ਤੇ ਤਾਂ ਹੀ ਹੋਣਾ ਹੈ, ਦਾਈ ਦੀ ਗੋਦ ਵਿੱਚ ਤੇ ਤਾਂ ਹੀ ਜਾਣਾ ਹੈ। ਉੱਧਰੋਂ ਇਹ ਸੁਣ ਕੇ ਦਾਈ ਬੜੀ ਖੁਸ਼ ਹੋਈ, ਹੁਣ ਤੇ ਮੌਕਾ ਮਿਲ ਗਿਆ
ਤੇ ਮੌਕੇ ਨੂੰ ਵੇਖਦੀ ਹੋਈ ਦਾਈ ਕਹਿੰਦੀ ਹੈ, ਮੋਹੇ ਵਿਖੇ ਗੁਣ ਦਿਓ ਪ੍ਰਭੂ ਨੇ, ਬਹੁ ਬਾਲਕ ਤੇ ਮੈਂ ਪਤੇ ਆਏ। ਹੁਣ ਇਸ ਦਾਈ ਨੇ ਦੱਸ ਵੀ ਦਿੱਤਾ ਕਿ ਮੈਂ ਦਾਈ ਹਾਂ, ਔਰ ਰੱਬ ਨੇ, ਪਰਮੇਸ਼ਰ ਨੇ ਮੈਨੂੰ ਇੱਕ ਬੜਾ ਵੱਡਾ ਗੁਣ ਦਿੱਤਾ ਹੈ, ਤੇ ਬਹੁਤ ਸਾਰੇ ਬਾਲਕਾਂ ਤੇ ਮੈਂ ਉਹਨੂੰ ਅਜਮਾ ਕੇ ਵੀ ਦੇਖਿਆ ਹੈ। ਸਾਰੀਆਂ ਬੀਬੀਆਂ ਇੱਕਦਮ ਉਧਰ ਵੇਖਦੀਆਂ ਨੇ, ਮਾਤਾ ਗੰਗਾ ਜੀ ਵੇਖਦੇ ਨੇ, ਭਾਈ ਉਹ ਕਿਹੜਾ ਗੁਣ ਹੈ ਤੇ ਕੀ ਪਤਿਆ ਕੇ ਦੇਖਿਆ ਹੈ, ਅਜਮਾ ਕੇ ਕੀ ਦੇਖਿਆ ਹੈ। ਪਾਨ ਕਰੇ ਜੋ ਅਸਤਨ ਮੇਰੇ, ਤਿਸ ਸਿਸ ਕੇ ਦੁੱਖ ਨਿਕਟ ਨ ਆਏ। ਇਹ ਦਾਈ ਨੇ ਕਿਹਾ ਕਿ ਭੈਣੋ, ਮੇਰੇ ਵਿੱਚ ਰੱਬ ਨੇ, ਪ੍ਰਭੂ ਨੇ ਗੁਣ ਦਿੱਤਾ ਹੈ ਕਿ ਜੇ ਕੋਈ ਬਾਲਕ ਮੇਰੇ ਦੁੱਧ ਨੂੰ ਚੂੰਘੇ ਤੇ ਉਹ ਠੀਕ ਵੀ ਹੋ ਜਾਂਦਾ, ਔਰ ਜ਼ਿੰਦਗੀ ਭਰ ਦੁਬਾਰਾ ਉਵੇਂ ਦਾ ਦੁੱਖ ਦੇ ਨੇੜੇ ਆਉਂਦਾ ਵੀ ਨਹੀਂ। ਉਹਦਾ ਰੋਗ ਹੋਏ, ਰੋਗ ਵੀ ਠੀਕ ਹੋ ਜਾਂਦਾ ਹੈ। ਹਰੇ ਅਰੁਚ ਕੋ ਤਤ ਸ਼ੈਨ ਸੁਧ ਤੇ, ਆਰ ਬਲਾਸੋ ਅਧਿਕ ਬਿਰਦਾਏ। ਕਹਿੰਦੇ ਉਹ ਬਾਲਕ ਇੱਕ ਵਾਰੀ ਮੇਰੇ ਕੋਲ ਆ ਜਾਵੇ ਤੇ ਜਿਹੜਾ ਤੁਸੀਂ ਕਹਿੰਦੇ ਹੋ ਦੁੱਧ ਪੀਂਦਾ ਨਹੀਂ, ਉਹ ਬੜਾ ਰੱਜ ਕੇ ਖੁਸ਼ੀ ਦੇ ਨਾਲ ਦੁੱਧ ਵੀ ਪੀਏਗਾ, ਉਹਨੂੰ ਭੁੱਖ ਵੀ ਉਸ ਵੇਲੇ ਲੱਗੇਗੀ, ਔਰ ਉਹਦੀ ਉਮਰ ਵੀ ਬੜੀ ਵਧੇਗੀ। ਇਹ ਰੱਬ ਨੇ ਮੈਨੂੰ ਗੁਣ ਦਿੱਤਾ ਹੈ। ਰਹਿ ਨਿਰੋਵਾ ਸੁਖ ਸੋਭੈ ਮਹਿ, ਨਹਿ ਔਸ਼ਧ ਕੇ ਚਾਹੇ ਰਹਾਏ। ਔਰ ਦਾਈ ਕਹਿੰਦੇ ਜ਼ਿੰਦਗੀ ਦੇ ਵਿੱਚ ਉਹ ਨਵਾਂ ਨਰੋਆ ਹੀ ਰਹਿੰਦਾ ਹੈ। ਜਿਹੜਾ ਮੇਰਾ ਦੁੱਧ ਇੱਕ ਵਾਰੀ ਪੀ ਲਵੇ, ਉਹਨੂੰ ਦੁਬਾਰੇ ਔਸ਼ਧੀਆਂ ਦੀ, ਦਵਾਈਆਂ ਦੀ ਲੋੜ ਹੀ ਨਹੀਂ ਪੈਂਦੀ। ਰਾਮਦਾਸਪੁਰ ਬਾਸ ਕੀਨ ਮੈਂ, ਜਬ ਕੇ ਤੁਮ ਆਏ ਇਸ ਥਾਏ। ਔਰ ਉਹ ਦਾਈ ਕਹਿੰਦੇ ਕਿ ਮੈਂ ਤੇ ਰਾਮਦਾਸਪੁਰ ਵਿੱਚ ਵਸਦੀ ਹਾਂ, ਉੱਥੇ ਰਹਿੰਦੀ ਹਾਂ, ਤੇ ਜਦੋਂ ਤੋਂ ਆਪ ਜੀ ਮਾਤਾ ਗੰਗਾ ਜੀ ਇਸ ਪਾਸੇ ਨੂੰ ਆਏ ਹੋ। ਮਮ ਗੁਣ ਸੁਣ ਕੇ ਪ੍ਰਿਥਿਆ ਯਾਨੀ, ਸੁਤ ਵੰਤੇ ਤਿਐ ਸਭ ਟਿਕੇ ਆਏ। ਤੇ ਮੇਰੇ ਇਸ ਗੁਣ ਨੂੰ ਪ੍ਰਿਥੀ ਚੰਦ ਜਾਣਦਾ ਸੀ, ਕਿਉਂਕਿ ਇੱਕ ਬਾਲਕ ਨੂੰ ਉਹ ਵੀ ਲੈ ਕੇ ਆਇਆ ਸੀ। ਇਸੇ ਤਰ੍ਹਾਂ ਦੁੱਧ ਪਿਆਇਆ ਸੀ, ਬਾਲਕ ਠੀਕ ਹੋ ਗਿਆ ਸੀ। ਤੇ ਮੇਰਾ ਇਹ ਗੁਣ ਸੁਣ ਕੇ, ਵੇਖ ਕੇ ਪ੍ਰਿਥੀ ਚੰਦ ਮੈਨੂੰ ਬੁਲਾ ਕੇ ਲਿਆਇਆ ਆਪਣੇ ਕੋਲ। ਇੱਕ ਦੋਏ ਦਿਨ ਅਸਤਨ ਤੇ ਮੇਰੋ, ਰੁੱਝ ਗਵਾਏ ਗਮਣੀ ਸਮਝਾਏ। ਕਹਿੰਦੇ ਉਸ ਬਾਲਕ ਨੂੰ ਮੈਂ ਇੱਕ ਦੋ ਵਾਰੀ ਦੁੱਧ ਪਿਆ, ਉਹਦਾ ਸਾਰਾ ਰੋਗ, ਸਾਰਾ ਦੁੱਖ ਚਲਾ ਗਿਆ। ਭਾਗਵਾਨ ਕੇ ਮੈਂ ਚਲ ਜਾਵਾਂ, ਨਿਰਭਾਗਣ ਕੇ ਕੋ ਚਲ ਜਾਏ। ਹੁਣ ਕਿਉਂਕਿ ਜਿਹੜੀ ਦਾਈ ਹੈ ਅਸਲ ਵਿੱਚ ਇਵੇਂ ਦੀਆਂ ਫਿਰ ਗੱਲਾਂ ਜਿਹੜੀਆਂ ਨੇ ਉਹ ਬਣ ਵੀ ਜਾਂਦੀਆਂ ਨੇ, ਔਰ ਚਲਾਕੀਆਂ ਇਵੇਂ ਦੀਆਂ ਔਰਤਾਂ ਨੂੰ ਫਿਰ ਆਉਂਦੀਆਂ ਵੀ ਬਹੁਤੀਆਂ ਨੇ, ਜਿਨ੍ਹਾਂ ਦੇ ਅੰਦਰ ਚਲਾਕੀ ਹੋਵੇ, ਫਿਰ ਬਾਹਰੋਂ ਗੱਲਾਂ ਵੀ ਆ ਜਾਂਦੀਆਂ ਨੇ ਕਿ ਮਾਤਾ ਜੀ ਮੈਂ ਤਾਂ ਉਹ ਕਿਸੇ ਵੱਡੇ ਭਾਗਾਂ ਵਾਲਿਆਂ ਦੇ ਘਰ ਜਾ ਕੇ ਪਹੁੰਚਣੀ ਹਾਂ ਕਿ ਬੱਚਾ ਕਿਤੇ ਦੁੱਧ ਚੁੰਘ ਲਵੇ, ਤੇ ਜਿਨ੍ਹਾਂ ਦੇ ਭਾਗ ਹੀ ਨਾ ਹੋਣ ਉੱਥੇ ਮੈਂ ਕਿੱਥੇ ਜਾਣਾ। ਤੇ ਜਿਹੜਾ ਦੁੱਧ ਚੁੰਘ ਲਵੇ ਬਿਮਾਰ ਹੁੰਦਾ ਹੀ ਨਹੀਂ। ਅਧਿਕ ਚਾਹੇ ਕਰ ਤੁਮਰੇ ਆਏ, ਪੁਰੇ ਤੁਹਾਰੇ ਬਸੀ ਸੁਆ ਜਵਾਨ। ਉਰੇ ਦਾਈ ਕਹਿੰਦੇ ਕਿ ਰਾਮਦਾਸਪੁਰ ਤੋਂ ਮੈਂ ਸਪੈਸ਼ਲ ਵਿਸ਼ੇਸ਼ ਤੌਰ 'ਤੇ ਤੁਹਾਡੇ ਵਾਸਤੇ ਚੱਲ ਕੇ ਆਈ ਹਾਂ ਕਿ ਤੁਸੀਂ ਇਸ ਪੂਰੇ ਇਸ ਨਗਰ ਵਿੱਚ ਆ ਕੇ ਵਸੇ ਹੋ। ਮੈਂ ਇਹ ਸੋਚਿਆ ਸੀ ਕਿ ਬੱਚੇ ਨੂੰ ਅਕਸਰ ਇਵੇਂ ਦਾ ਕੋਈ ਨਾ ਕੋਈ ਰੋਗ ਲੱਗ ਜਾਂਦਾ ਹੈ, ਉਹ ਕਦੇ ਰੋਗ ਲੱਗੇ ਹੀ ਨਾ। ਪਰਮੇਸ਼ਰ ਤੇ ਮੈਂ ਨਿਤ ਜਾਚੂ, ਸੁਤਵੰਤੇ ਹੋਏ ਤ੍ਰਿਆ ਮਹਾਨ। ਉਹਰੇ ਦਾਈ ਇੰਨੇ ਪ੍ਰੇਮ ਦੇ ਨਾਲ ਬੋਲਦੀ, ਕਿਸੇ ਨੂੰ ਸ਼ੱਕ ਹੋਵੇ ਕਿਵੇਂ। ਕਹਿੰਦੇ ਮੈਂ ਤੇ ਰੱਬ ਤੋਂ ਹਮੇਸ਼ਾ ਹੀ ਮੰਗਣੀ ਹੈ ਕਿ ਹਰ ਕੋਈ ਇਸਤਰੀ ਜਿਹੜੀ ਹੈ ਉਹ ਸ਼ੁਭਵੰਤੀ ਹੋਵੇ, ਹਰ ਇੱਕ ਇਸਤਰੀ ਦੀ ਗੋਦ ਵਿੱਚ ਬਾਲਕ ਖੇਡਦਾ ਹੋਵੇ। ਇਸ ਬਿਦ ਕਰ ਗੁਜਰਾਨ ਕਰੋ ਸਦ, ਦਰਬ ਸਹਿਤ ਪਾਵੋ ਸਨਮਾਨ। ਉਹਰੇ ਦਾਈ ਕਹਿੰਦੇ ਮੈਂ ਤੇ ਆਪਣਾ ਗੁਜ਼ਾਰਾ ਹੀ ਇਸ ਢੰਗ ਨਾਲ ਕਰਨੀ ਹੈ, ਦਾਈਪੁਣੇ ਦਾ ਕੰਮ ਤੇ ਕਰਨੀ ਹੈ, ਤੇ ਨਾਲ ਇਹ ਕੰਮ ਕਰਕੇ ਬੱਚਾ ਠੀਕ ਠਾਕ ਰਵੇ, ਤੇ ਲੋਕ ਜਿਹੜੇ ਨੇ ਮੈਨੂੰ ਫਿਰ ਸਨਮਾਨ ਵੀ ਦਿੰਦੇ ਨੇ, ਧਨ ਵੀ ਦਿੰਦੇ ਨੇ, ਮੇਰਾ ਗੁਜ਼ਾਰਾ ਵੀ ਸੋਹਣਾ ਚੱਲਦਾ ਹੈ। ਜੀਵਨ ਜੋਗ ਪੁੱਤਰ ਹੈ ਤੇਰੋ, ਮੁਝ ਕੋ ਸ਼ਰਮ ਹੈ ਦੀਜੇ ਆਣ। ਹੁਣ ਦਾਈ ਨੇ ਦੋਵੇਂ ਹੱਥ ਮਾਤਾ ਗੰਗਾ ਜੀ ਦੇ ਅੱਗੇ ਕੀਤੇ, ਤੇ ਨਾਲੇ ਕਹਿੰਦੇ ਨੇ ਮਾਤਾ ਜੀ ਤੁਹਾਡਾ ਪੁੱਤਰ ਜੀਵਨ ਯੋਗ ਹੈ,
चिरजीवी होएगा, लियाओ अपने पुत्र नूं मेरी गोद विच बिठाओ, मैनूं फड़ाओ। तिस ते सुन सब तृण सराहे, बसन भूखण सुंदर हेर। क्योंकि उन्हें कपड़े ते गहने सोहने पाए, इसे करके सन किसी नूं कोई शंका ही ना होवे, कोई लालच करके आई होवे कि लगदा कि सचमुच लोग सन्मान करते होणगे, तां ही इन्ने कीमती कपड़े ने कीमती गहने पाए ने। ये वेख के सारियां जिहड़ियां बीबियां ने इस्त्री ने उन्होंने सिफत की कि सचमुच ही फिर रब ने ऐसा गुण दिता है। बिन औषध रुज की यह हरता, धन तोहे गुण लहो बडेर। और माता गंगा जी भी कहते हैं कि भाई फिर तो तू तन दे योग है कि जे बिना दवाई तो बच्चों के दुख दूर कर देने है, रब ने गुण दिता है। गुण लहो बडेर फिर बड़ा वड्डा गुण है। तो मरजे सब नारण के लखकार, मात गंग बिसमाए कनेर। और माता गंगा जी ने बालक हरगोबिंद नूं सीधा इवें नहीं फड़ा दिता, नाल जिहड़ियां बीबियां सन सियाणियां सन उन्हां वाले पहलों वेखदे ने ते सारे ने जदों सिर हिलाया कि ठीक कहंदी है माता जी दे दिओ, सारियां दी मर्जी जान के माता गंगा जी ने उदों खुश हुंदिया होइयां दियो पुत्र तिस गोद प्रमोदत, दुष्ट जी तिनको शमशेर। कहते माता गंगा जी ने उस दुष्ट औरत नूं बालक हरगोबिंद साहिब जी फड़ा दिते। और अंदर नीच भावना सी, कम पाप अंदर सी, पर यह नहीं सी पता कि पाप तेनों ही खा जाएगा। श्री गुर हरगोबिंद चित जानी, क्रूर जो कर्मा आवे नार। और कवि संतोख सिंह जी लिखते हैं क्योंकि गुरु तो गुरु ने ना, भावें शरीर की आड़पड़ा 40-42 दिन की है, पर कहते धन श्री हरगोबिंद साहिब जी ने यह जान ली सी, गल समझ ली सी, 2 दिन पहले समझ ली सी कि इस क्रूर इस्त्री ने इस पाप नूं कमाउण वास्ते इत्थे आउणा है। और दुध ना पीण वाली खेड तां ही रची सी। दिन चारक ते अनमन होए, जिस ते मात चिंत ले धार। कहते तां ही गुरु हरगोबिंद साहिब जी ने 3-4 दिन तो ये अनमन अपने आप ही की सी। कुछ रोंदे भी सन, दुध भी नहीं सन पींदे कि माता के अंदर चिंता होवे, माता ते फिर चिंता विच आके किसी नूं फड़ाउण लग्या घबरावे ना। ताए ओ संग देह गे रुचकर, याते पूर्व विधि सुधार। कहते धन गुरु हरगोबिंद साहिब जी ने खेड ये चरित्र बनाया से कि माता फिर बड़े शौक दे नाल जदों कोई आके वो दाई मंगेगी, शौक दे नाल दे देणगे, धाक देणगे कि मेरा पुत्र छेती ठीक हो गए। दुष्टन के नासन को मम तन, सिस स्वरूप ते करे सुकार। और धन हरगोबिंद साहिब जी विचार करते हैं क्योंकि साडा तन तो दुष्टां का नाश करने वास्ते है, तो क्यों ना फिर शुरुआत ये छोटे जे शरीर तो करिए। ताए उछंग गए हुए चंचल, इथों तो मुख कर अंग चलंत। कहते माता के गोद विच इंज सन कि जिवें कुछ ठीक नहीं, दुध नहीं सन पींदे, पर जदों उस दाई ने हथ किया कहते धा के गए जिवें छाल मार के जाइदा ना, और बड़े खुश होके चंचल होके गए ने। कश रोतन कर बहुर टिके तह, लोरे देत मदर शलवंत। कहते कुछ समा पहलों गुरु साहब जी कुछ रोंदे सन, पर दाई के गोद विच जाके चुप कर गए। और दाई ने अपने वालों है तो अंदर छल, पर मुख दे नाल बाहरों बड़ी मिठी जी लोरी सुनाई। अंगिया ते अस्तन कर बाहर, एक हाथ सो सम्मुख करंत। और दाई जेड़े काम वास्ते आई सी, सतगुरु धन हरगोबिंद साहिब जी नूं अपनी झोली दे विच पाया है और दुध पियाउण वास्ते तैयार हो गई। दूसर कर पार सिसको सिर धार, ऊपर डारियो वस्त्र दुरंत। कहते बालक नूं गोद विच बिठा के एक हथ सिर वाले पासे रखिया
ਇੱਕ ਹੱਥ ਦੇ ਨਾਲ ਉੱਤੇ ਕੱਪੜਾ ਪਾ ਲਿਆ ਕਿ ਕਿਸੇ ਨੂੰ ਸ਼ੱਕ ਵੀ ਨਾ ਹੋਵੇ, ਕਿਤੇ ਜ਼ਹਿਰ ਭਾਵੇਂ ਸੁਕਾਇਆ ਸੀ ਕਿਸੇ ਨੂੰ ਨਜ਼ਰ ਵੀ ਨਾ ਆਵੇ। ਤਤ ਸ਼ੈਨ ਅੰਤਰ ਬਸਨ ਅਸਤਨ ਦੇਤ, ਲੇਤ ਨ ਤਨਕ ਕਹੇ ਹੋਤ ਇਤ ਊਤਨਾ। ਕਹਿੰਦੇ ਇਹਨੇ ਆਪਣੇ ਵੱਲੋਂ ਦਾਈ ਨੇ ਛੇਤੀ ਦੇ ਨਾਲ ਕੀਤਾ ਕਿ ਜਦੋਂ ਕੱਪੜਾ ਉੱਤੇ ਦਿੱਤਾ ਹੁਣ ਦੁੱਧ ਪਿਆ ਦਿਆਂ। ਪਰ ਧੰਨ ਹਰਗੋਬਿੰਦ ਸਾਹਿਬ ਜੀ ਦੁੱਧ ਮੂੰਹ ਵਿੱਚ ਲੈਂਦੇ ਹੀ ਨਹੀਂ, ਮੂੰਹ ਇੱਧਰ ਉੱਧਰ ਕਰਦੇ ਨੇ। ਕਾਢੋ ਜਬ ਕੀਨ ਤੋਂ ਪਿਉਦਰ ਕੋ ਲੀਣ ਮੁਖ, ਹਾਥ ਕੋ ਪਸਾਰ ਗਏ ਸ਼ੋਰੀ ਤਬ ਗੂਤਨਾ। ਹੁਣ ਕਹਿੰਦੇ ਨੇ ਜਦੋਂ ਉਹ ਦਾਈ ਨੇ ਧੱਕੇ ਦੇ ਨਾਲ ਦੁੱਧ ਮੂੰਹ ਦੇ ਵਿੱਚ ਪਾਇਆ, ਧੰਨ ਹਰਗੋਬਿੰਦ ਸਾਹਿਬ ਜੀ ਨੇ ਫਿਰ ਮੂੰਹ 'ਚ ਪਾਇਆ, ਉਸ ਦੁੱਧ ਨੂੰ ਕੁੱਟਿਆ ਤੇ ਪਿੱਛੋਂ ਜਿਹੜੀ ਗੁੱਤ ਹੈ ਉਹ ਦੋਵਾਂ ਹੱਥਾਂ ਨਾਲ ਧੰਨ ਹਰਗੋਬਿੰਦ ਸਾਹਿਬ ਜੀ ਨੇ ਉਹ ਕੁੱਟ ਕੇ ਫੜ ਲਈ ਹੈ। ਔਰ ਇਸ ਤਰ੍ਹਾਂ ਫੜੀ ਕਿ ਜਿਵੇਂ ਕਿਤੇ ਬਲਵਾਨ ਕਿਸੇ ਸੂਰਮੇ ਯੋਧੇ ਨੇ ਫੜੀ ਹੋਵੇ। ਇਹ ਨਹੀਂ ਕਿ 40 ਕੁ ਦਿਨ ਦੇ ਬਾਲਕ ਨੇ ਫੜੀ, ਪੂਰੀ ਖਿੱਚ ਕੇ ਫੜੀ ਜੀ। ਦੂਜੇ ਹੱਥ ਸਾਥ ਗਇਓ ਦੂਜੋ, ਕੂਚ ਤ੍ਰਿਗ ਕਰ ਖੋਟੀ, ਕ੍ਰਿਤ ਹੇਤ ਆਈ ਲਾਗੇ ਸਭ ਪੂਤਨਾ। ਕਹਿੰਦੇ ਹੁਣ ਇੱਕ ਹੱਥ ਦੇ ਨਾਲ ਗੁੱਤ ਫੜੀ ਹੈ, ਦੂਜੇ ਹੱਥ ਦੇ ਨਾਲ ਸਤਿਗੁਰੂ ਜੀ ਨੇ ਉਹ ਜਿਹੜਾ ਦੁੱਧ ਮੂੰਹ ਦੇ ਵਿੱਚ ਪਾਉਣਾ ਸੀ ਉਹਨੂੰ ਫੜਿਆ ਹੈ। ਔਰ ਇਸ ਤਰ੍ਹਾਂ ਉਦੋਂ ਗੁਰੂ ਸਾਹਿਬ ਜੀ ਨੇ ਕੁੱਟਿਆ ਕਿ ਜਾ ਕੋ ਮਨ ਪੂਤਨਾ, ਲਕਿਓ ਗੁਰੂ ਸੁਪੂਤਨਾ, ਜਿਸੇ ਕੇ ਤੀਰ ਪੂਤਨਾ ਸੰਘਾਰੀ ਸਮ ਪੂਤਨਾ। ਕਿ ਜਿਵੇਂ ਬਾਲਕ ਆਮ ਸੁਭਾਅ ਹੁੰਦਾ ਹੈ, ਗਲਾਸ ਵਿੱਚ ਹੋਵੇ, ਅੱਜ ਕੱਲ੍ਹ ਤਾਂ ਬੋਤਲਾਂ 'ਚ ਹੁੰਦਾ ਹੈ, ਕੋਲਡ ਡਰਿੰਕ ਹੋਏ, ਦੁੱਧ ਹੋਏ, ਫਰੂਟੀ ਹੋਏ, ਉਹਦੇ ਨਾਲ ਪੈ ਪਾਉਂਦਾ ਹੈ। ਪਰ ਪਹਿਲਾ ਸਮਾਂ ਸੀ, ਆਪ ਜੀ ਜਾਣਦੇ ਹੋ, ਉਵੇਂ ਦੇ ਤੀਲੇ ਜਿਉਂਦੇ ਸਨ ਕਿ ਤੀਲਾ ਵਿੱਚ ਪਾਇਆ ਬਾਲਕ ਦਾ ਸੁਭਾਅ ਬਣਿਆ ਹੁੰਦਾ ਕਿ ਉਹ ਤੀਲੇ ਥਣੀ ਉਸ ਦੁੱਧ ਨੂੰ ਜਾਂ ਜੋ ਕੁਛ ਹੈ ਉਹਨੂੰ ਖਿੱਚਦਾ ਹੈ ਅਤੇ ਸੌਖੇ ਢੰਗ ਨਾਲ ਆ ਜਾਂਦਾ ਹੈ। ਹੁਣ ਕਹਿੰਦੇ ਧੰਨ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਕੀਤਾ ਹੈ। ਗਾਢੇ ਅੰਗ ਪੀਰ ਕਰ, ਗਾਢੀ ਔਰ ਪੀਰ ਕਰ, ਪ੍ਰਾਣ ਤੇ ਸਰੀਰ ਕਰ ਭਿੰਨ ਐਂਚ ਲੀਨਿਓ। ਪਰ ਅਸਲ ਵਿੱਚ ਉਹ ਅਸਤਨਾਂ ਦੇ ਵਿੱਚੋਂ ਦੁੱਧ ਨਹੀਂ ਕੱਢਿਆ, ਬਸ ਉਹਦੇ ਪ੍ਰਾਣ ਹੀ ਕੱਢ ਲਏ। ਪਾਈਪ ਪਾ ਕੇ ਬਾਲਕ ਦੁੱਧ ਖਿੱਚਦੇ ਨੇ, ਪਰ ਧੰਨ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਪ੍ਰਾਣ ਹੀ ਖਿੱਚ ਲਏ। ਔਰ ਜਦੋਂ ਪ੍ਰਾਣ ਨਿਕਲਦੇ ਨੇ, ਜੈਸੇ ਪੋਲ ਤੇਲ ਤੇ ਕਿ ਲਾਲ ਕੋ ਸੋ ਫੂਕ ਨਾਲ, ਖੈਂਚ ਲੇਤ ਬਾਲਕ ਸੁਭਾਏ ਕਿਹ ਕੀਨਿਓ। ਜਿਵੇਂ ਸਹਿ ਸੁਭਾਅ ਬੱਚੇ ਪਾਣੀ ਜਾਂ ਦੁੱਧ ਜਾਂ ਕੁਝ ਵੀ ਵਿੱਚੋਂ ਖਿੱਚਦੇ ਨੇ, ਕਹਿੰਦੇ ਧੰਨ ਹਰਗੋਬਿੰਦ ਸਾਹਿਬ ਨੇ ਸਹਿ ਸੁਭਾਅ ਉਸੇ ਤਰ੍ਹਾਂ ਪ੍ਰਾਣ ਖਿੱਚੇ ਨੇ। ਔਰ ਉਹ ਦਾਈ ਫਿਰ ਕਰਦੀ ਕੀ ਹੈ, ਹਾਏ ਹਾਏ ਬੋਲ ਤੇ ਬੇਹਾਲ ਹੈ ਵੋ ਵਿਸਾਲ ਬਾਲ, ਸ਼ੋਰੋ ਅਬ ਮੋਹੇ ਕੋ ਪ੍ਰਤਾਪ ਚਿੱਤ ਚੀਨਿਓ। ਕਹਿੰਦੇ ਹਾਏ ਹਾਏ ਕਰਦੀ ਹੈ ਦਾਈ, ਹਾਲ ਦਵਾਈ ਪਾਈ ਤੇ ਨਾਲੇ ਹਾਏ ਹਾਏ ਕਰਦੀ, ਕਹਿੰਦੀ ਬੱਚਿਆ ਹੁਣ ਛੱਡ ਦੇ ਕਿ ਤੇਰੇ ਪ੍ਰਤਾਪ ਨੂੰ ਮੈਂ ਜਾਣ ਲਿਆ ਹੈ, ਤੂੰ ਆਮ ਬਾਲਕ ਨਹੀਂ, ਹੁਣ ਕਿਵੇਂ ਕਰਦੇ ਛੱਡ ਦੇ। ਲੋਚਨ ਮੈਂ ਨੀਰ ਭਰ ਧੀਰ, ਹਰ ਚੀਰ ਤਜ, ਪਾਰੇ ਸਭ ਤੀਰ ਧਰ, ਪ੍ਰਾਣ ਕਰ ਹੀਨਿਓ। ਹੁਣ ਕਹਿੰਦੇ ਰੰਗ ਪੀਲਾ ਪੈ ਗਿਆ, ਅੱਖਾਂ 'ਚੋਂ ਪਾਣੀ ਆ ਗਿਆ, ਹਾਏ ਹਾਏ ਕਰੇ। ਕੱਪੜਾ ਜਿਵੇਂ ਉੱਤੇ ਬੜੇ ਘੁੱਟ ਕੇ ਦਿੱਤਾ ਸੀ, ਕੋਈ ਦੇਖੇ ਨਾ, ਲੁਕੋਇਆ ਸੀ, ਹੱਥੋਂ ਕੱਪੜਾ ਛੁੱਟ ਗਿਆ, ਪ੍ਰਾਣ ਅੰਦਰੋਂ ਨਿਕਲਦੇ ਨੇ, ਹਾਏ ਹਾਏ ਕਰਦੀ ਹੈ। ਕੂਕ ਤੇ ਪੁਕਾਰ ਬਿਸੰਭਾਰ ਹੈ ਪਸਾਰ ਅੰਗ, ਪਰਿ ਮ੍ਰਿਤ ਭਏ ਦ੍ਰਿਗ ਨਿਕਰੇ ਪਰਤ ਜਨ। ਕਹਿੰਦੇ ਹਾਏ ਪੁਕਾਰ ਕਰਦੀ ਹੋਈ, ਕੂਕਦੀ ਹੋਈ, ਪੁਕਾਰਦੀ ਹੋਈ ਉਹ ਦਾਈ ਡਿੱਗ ਪਈ। ਹੁਣ ਇਕੱਲੀ ਡਿੱਗੀ ਨਹੀਂ, ਧਰਤੇ 'ਤੇ ਪਈ, ਪਰਿ ਮ੍ਰਿਤ ਭਈ, ਡਿੱਗਦਿਆਂ ਨਾਲ ਮਰ ਗਈ, ਮੌਤ ਹੋ ਗਈ। ਮੁਖ ਤੇ ਝਗਰੂ ਜਾਤ, ਪੇਰੇ ਪਰ ਗਈ ਗਾਤ, ਭਇਓ ਉਤਪਾਦ ਹੇਰ ਨਾਰੀ ਬਿਸਮਾਈ ਮਨ। ਦਾਈ ਦੇ ਮੂੰਹ ਦੇ ਵਿੱਚੋਂ ਝੱਗ ਆ ਰਹੀ ਹੈ, ਔਰ ਝੱਗ ਉਹਦੇ ਮੂੰਹ 'ਚ ਆਉਂਦੀ ਜਿਹਦੇ ਅੰਦਰ ਜ਼ਹਿਰ ਜਾਵੇ। ਜਿਹੜਾ ਜ਼ਹਿਰ ਹਰਗੋਬਿੰਦ ਸਾਹਿਬ ਜੀ ਨੂੰ ਦੇਣਾ ਸੀ, ਉਹ ਹੀ ਜ਼ਹਿਰ ਉਹਨੂੰ ਚੜ੍ਹਿਆ, ਔਰ ਐਸਾ ਚੜ੍ਹਿਆ ਕਿ ਸਾਰਾ ਸਰੀਰ ਜਿਹੜਾ ਸੀ ਉਹ ਪੀਲਾ ਪੈ ਗਿਆ, ਪ੍ਰਾਣ ਵਿੱਚੋਂ ਨਿਕਲ ਗਏ। ਔਰ ਇਹ ਵੇਖ ਵੇਖ ਕੇ ਜਿੰਨੀਆਂ ਬੀਬੀਆਂ ਸਨ, ਦਾਸੀਆਂ ਸਨ,
बड़ियां हैरान हुई और डर के दूर भी हो गई कि बनया की है। कहाँ होए गयो बैठे सबन मैं लियो सिस, त्रास उपजयो तजेदार जहाँ परयो तन। कि वो दासियां होण बीबियां होण सिख बीबियां होण सारे कहते ने कहाँ होए गयो, ये की हो गया। बैठे सबन मैं लियो से सारिਆਂ ਦੇ ਵਿੱਚ बैठी सी, इन्हें बालक ਨੂੰ चुकिया गोद ਵਿੱਚ लिया, चंगी भली सी। त्रास उपजो ये वेख के सारियां डर गईयां। तजेदार जहाँ परयो तन, जिथे उनका शरीर मृतक पिया है जगह छड्ड के बीबियां पिछे हट गईयां, डर गईयां। गंगा पहे भेत पए पुत्र को गहन धाई, हाथन उचावे प्रिया कृपन को मानो धन। कहते माता गंगा जी भी डर गए, पर माता गंगा जी धा के एकदम अपने बालक हरगोबिंद साहब ने चुकण वास्ते अगे गए ने। हाथ गए ही बेणी बाला हाथ न है शूरै ताहे, मात छुटकावै कह एतनो जो होए जोर। कहते माता जी भज के चुकन लगे, पर श्री हरगोबिंद साहब जी ने एक गुत्त एक हथ नाल फड़ी हुई सी, माता जी छड़ाउण। पर कवि संतोख सिंह जी लिखते हैं कि हरगोबिंद साहब जी छड्डण कित्थे, कहाँ इतनो सो जो होए जोर। माता दे विच इन्ना जोर कित्थे कि वो छड़ा सकन। और माता जी वेख के बड़े हैरान के बालक है और वो इस तरह कुट के फड़ी है कि जिवें बड़ा बलवान हुए। दासी को पुकारै रिस भरी, क्यों न आवे पास, कंपत शरीर त्रास धारे उत्पाद घूर। और माता गंगा जी इन्ने डरे सन कि शरीर भी कंबन लग गया। जदों हथ गुत्त दे नालों छडाया छड्डदे नहीं, तो गुस्से में आके माता गंगा जी ने दासी नूं भी चिड़किया कि कित्थे गईओ, नेड़े क्यों नहीं आउंदियां, आके छड़ाउंदियां क्यों नहीं। मिले गाने आए नेठ नेठ कर शोरी तब, कंठ सो लगायो नंद परयो है बिलंद शोर। और झिड़कां देख के दासियां जिहड़ियां पहलों डरियां हुई सन होर डरियां, पर धा के भज के आईयां। कईयां ने मिल के आके छडाउण दा यतन किया, गुत्त धन हरगोबिंद साहब ने छड्डी नहीं। पर जिवें फिर कहीए कि हथ जोड़ के बेनती की, वो गुत्त छड्ड दित्ती। कहते नेठ नेठ मसा मसा करके गुत्त छड्डी, ते जदों गुत्त छड्डी माता जी ने झुक के कुट के अपनी छाती नाल लाया। पेरे जे परे जिस ठोर अवलोकत न ताही और, डरी और होर धाई थान निज शोर शोर। कहते दासियां ने गुत्त ते छड़ा दित्ती, पर जिथे दाई मरी पे दाई वाले देखी नहीं, इन्नियां डरियां ने कि पता नहीं है कौन। गुत्त छड़ा के थां छड्ड के उस वेले पिछे हट गईयां ने। मरे दुराचारणी ते कुशक प्रकाश पयो, बीजरे की रेत थर काई है अजर बीच। कहते इधर जिहड़ी दाई है उनकी मौत हो गई। धन हरगोबिंद साहब जी ने माता गंगा जी ने गोद विच चुक लिया, पर उधरों अचानक एक प्रकाश होया, एक लाइट आई। तो लाइट कविराज कहते हैं इवें जिवें बिजली चमकती है ना, देखो बदलों विचों बिजली चमकती है, वो किते दूर चमकती, पर चमक बड़ी है। ये प्रकाश उस वेड़े दे विचों है जिहड़ा सारियां बीबियों ने देखिया, माता गंगा जी ने देखिया। सब के बिलोचन गए हैं मुंद ते ही छिन, बोलत न बैन कोई हेर कै कर्म नीच। और प्रकाश लाइट इन्नी ज़्यादा सी कि जदों वो प्रकाश चानण होया सारिਆਂ दी अखां बंद हो गईयां। इन्नी चमक कित्थे अखां खुलण दिंदियां ने। ये सारा कुछ वेख के सारे हैरान भी ने, डरे हुए भी ने कि इस दाई ने कोई एक कर्म नीच किया है। हाथ जोग पाव को पसार कै परी है, तर दास गन दासी मिल देखी सुगरसी है मीच। कहते वो दुराचार ने उत्थे मरी पई है, हथ पैर ऐन ढिले पै गए, खिलर गए ने। वो सारे वेखते हैं पर बोलता कोई कुछ नहीं। जीव गयो ऊपर अपर देह धार कर, मूर्छत कोई लख ताके मुख बार सेच।
दाई दे प्राण निकल के आत्मा जी उत्ते चली गई कि कोई उत्थे बेसुध सारे सन, किसी को समझ ही नहीं सी आ रही कि होया कि कई वेख के बेहोश हो गए कि एक दाई मरी है, एक इन्नी लाइट है किवें आ गई। एक दूजे के मूँह दे विच कईयां दे मूँह च पानी पा के उन्होंने होश विच लिआंदा है। दोहरा इस प्रकार जब मर गए, अपर देह तर सोए, छप आकाश में भेद निज, भणत सुनत सब कोए। ते कवि संतोख सिंह जी लिखते हैं, इस तरह जो दाई मर गई, दाई का शरीर उत्ते पिया है, आत्मा जी आकाश में अलोप हो गई, पर इनका भेत जिहड़ा सी वो सारा सुनिया लोगों ने। वो आवाज़ आई आकाश दे विचों, वो किहड़ी आवाज़ आई ते किवें दी आवाज़ है? इस विचों दाई दी रूह की आवाज़ है कि वो बोल के फिर सारा कुछ दसदे है। इत्थे कवि राज ने यह अध्याय भी खत्म किया है और अगला अध्याय इत्थों शुरू करते लिखते हैं कि रूह दे वो दाई दी रूह ने जिहड़ी उन्हें बोल के सारा कुछ की दस्या है। दोहरा दुरे गगन में बचन कह, डरो ना मोते कोए। कहते गगन दे विच आकाश दे विच आत्मा छुपी हुई है, पर एक चमक है। वो चमक नूं वेख के उनदे विचों एक शक्ल भी नज़र आउण लगी। आवाज़ आई कि जिहड़ियां बेहोश हो के बीबियां डिगदियां सन, उन्होंने कहते मेरे तो डरो कोई ना। सब प्रसंग सुन लीजिए, भयो कहो मैं सोए। तो वो आवाज़ जी रूह की आवाज़ है, आकाश के विचों आवाज़ आती कि मेरा सारे प्रसंग सुन लो, कहानी सुन लो। भयो कहो मैं सोए, मैं कौन सा तो की बनी तो किवें बनी, क्यों बनी, ये मेरी सारी कहानी सुन लो। और जी कहानी वो सुनाएगी अध्याय नंबर 8 ये आप कल साझा करांगे समय के मुताबिक। कितनी बेनती प्रवान करनी है जी, हुई भुलों की खिमा। आओ 1-2 मिनट होर रसना के नाल हाजरी लवाइए, फिर समाप्ति है जी। वाहे गुरु वाहे गुरु